ਸਗਲ ਮਨੋਰਥ ਪੁੰਨਿਆ ਅਮਰਾ ਪਦ ਪਾਈ। ਸ਼ੁਭ ਕਰਮ ਜਸ ਦਾ ਪ੍ਰਤੀਕ ਹੈ। ਅਸ਼ੁਭ ਕਰਮ ਬਦੀ ਦਰਵਾਜ਼ੇ ਲਿਆਉਂਦਾ ਹੈ। ਪ੍ਰਭੂ ਦਾ ਜਸ ਕਰਨ ਵਾਲਿਆਂ ਦਾ ਦੁਨੀਆ ਸਤਿਕਾਰ ਕਰਦੀ ਹੈ। ਮਹਾਂਪੁਰਖ ਦੇ ਨੇਤਰਾਂ ਦੀ ਝਲਕ ਆਪ ਪ੍ਰਾਣੀ ਨੂੰ ਸੀਸ ਝੁਕਾਉਣ ਲਈ ਮਜਬੂਰ ਕਰਦੀ ਹੈ। ਮਨੁੱਖ ਦੇ ਮਨ ਦੀ ਸ਼ੰਕਾ ਨੂੰ ਚਿਹਰੇ ਦਾ ਨੂਰ ਤੇ ਤੇਜ ਨਿਵਰਤ ਕਰਦਾ ਹੈ। ਤਪੋ ਰਾਜ ਰਾਜੋ ਨਰਕ। ਤਪ ਕਰਕੇ ਰਾਜ ਮਿਲਿਆ, ਪਰ ਰਾਜ ਮਿਲਣ ਤੇ ਹਉਮੈ ਵਸ ਹੋਇਆ। ਨਰਕਾਂ ਦੇ ਦੁਆਰੇ ਢੋਹੀ ਮਿਲੀ। ਖਲਕਤ ਨੂੰ ਇਨਸਾਫ ਦੇ ਤਰਾਜੂ ਵਿੱਚ ਤੋਲਿਆ ਤਾਂ ਸ਼ੁਭ ਕਰਮ। ਹਕੂਮਤ ਦੀ ਮਦਰਾ ਦੇ ਨਸ਼ੇ ਵਿੱਚ ਜਬਰ ਜ਼ੁਲਮ ਕੀਤੇ, ਕਹਿਰ ਕਮਾਏ ਤਾਂ ਪਰਮਾਤਮਾ ਦੀ ਕਰੋਪੀ ਦਾ ਤਾਜ ਸਿਰ ਪਹਿਨਿਆ। ਝੌਂਪੜੀ ਦੇ ਵਾਸੀਆਂ ਦੀ ਰਹਿਨੁਮਾਈ ਵੀ ਪਰਮੇਸ਼ਰ ਆਪ ਕਰਦਾ ਹੈ। ਗਰੀਬ ਦੇ ਦੁੱਖ ਦੇ ਦਿਲ ਦੀ ਇੱਕ ਇੱਕ ਕਰਾ ਪ੍ਰਭੂ ਦੇ ਸਿੰਘਾਸਨ ਦੀਆਂ ਦੀਵਾਰਾਂ ਹਿਲਾ ਦਿੰਦੀ ਹੈ। ਗਰੂਰ ਹੋਏ ਸ਼ਹਿਨਸ਼ਾਹ ਨੂੰ ਪ੍ਰਭੂ ਦੇ ਸਨਮਾਨੇ ਮਹਾਂਪੁਰਖ ਵੀ ਸ਼ੈਤਾਨ ਨਜ਼ਰ ਆਉਂਦੇ ਹਨ। ਸੱਚ ਪ੍ਰਤੱਖ ਹੋਂਦ ਤੇ ਗਰੂਰੀ ਸਿਰ ਲੱਜ ਸ਼ਰਮ ਨਾਲ ਚਰਨ ਪਰਸਨ ਤੋਂ ਵੀ ਪੈ ਖਾਂਦਾ ਹੈ। ਪਛਤਾਪ ਦੀ ਹਨੇਰੀ ਅੱਗੇ ਕੂੜ ਦਾ ਤਾਜ ਵੀ ਸਿਰ ਦਾ ਸਾਥ ਛੱਡਦਾ ਨਜ਼ਰ ਆਉਂਦਾ ਹੈ। ਮੁਨਸ਼ੀ ਗੁਰਦਿੱਤ ਸਿੰਘ ਦੀ ਪ੍ਰੇਰਨਾ ਸਦਕਾ ਮਹਾਰਾਣੀ ਪਟਿਆਲਾ ਦਲੀਪ ਕੌਰ ਬਾਬਾ ਜੀ ਦੇ ਦਰਸ਼ਨਾਂ ਲਈ ਆਈ। ਬਾਬਾ ਜੀ ਦੇ ਪ੍ਰਤੱਖ ਕੌਤਕ ਦੇਖ ਕੇ ਸ਼ਰਧਾਲੂ ਬਣ ਗਈ। ਜਦ ਕਈ ਵਾਰੀ ਆਈ ਤਾਂ ਮਹਾਰਾਜ ਭੁਪਿੰਦਰ ਸਿੰਘ ਕੁਝ ਸ਼ੱਕੀ ਨਜ਼ਰਾਂ ਨਾਲ ਦੇਖਣ ਲੱਗਾ। ਇੱਕ ਵਾਰ ਉਸਨੇ ਕੁਝ ਗੋਲੀਆਂ ਬਾਬਾ ਜੀ ਦੀ ਪਰਖ ਕਰਨ ਲਈ ਭੇਜੀਆਂ। ਆਗਿਆ ਮੰਗੀ। ਹਜੂਰ ਨੇ ਸੇਵਕ ਨੂੰ ਹੁਕਮ ਕੀਤਾ, ਆ ਜਾਣ ਦਿਓ, ਇਹ ਸਾਡੀ ਪਰਖ ਲਈ ਆਈਆਂ ਹਨ। ਹਜੂਰ ਨੇ ਉਹਨਾਂ ਦੇ ਮਨ ਦੀ ਮੰਦੀ ਵਾਸ਼ਨਾ ਦੀ ਇੱਕ ਇੱਕ ਗੱਲ ਸੁਣਾ ਦਿੱਤੀ। ਸ਼ਰਮ ਨਾਲ ਉਹਨਾਂ ਦੇ ਸਿਰ ਝੁਕ ਗਏ ਅਤੇ ਖਿਮਾ ਮੰਗਣ ਲੱਗੀਆਂ। ਪਟਿਆਲੇ ਵਾਪਸ ਜਾ ਕੇ ਉਹਨਾਂ ਰਾਜੇ ਨੂੰ ਸਾਰੀ ਵਿਥਿਆ ਸੁਣਾ ਦਿੱਤੀ ਅਤੇ ਬਾਬਾ ਜੀ ਦੀ ਪ੍ਰਸ਼ੰਸਾ ਕਰਨ ਲੱਗੀਆਂ। ਇਹ ਸੁਣ ਕੇ ਮਹਾਰਾਜ ਬਹੁਤ ਸ਼ਰਮਸਾਰ ਹੋਇਆ। ਫਿਰ ਰਾਜਾ ਅਤੇ ਰਾਣੀ ਦੋਨੋਂ ਬਾਬਾ ਜੀ ਦੇ ਦਰ ਤੇ ਆਉਂਦੇ ਰਹੇ। ਕੁਝ ਸਮਾਂ ਮੁਨਸ਼ੀ ਗੁਰਦਿੱਤ ਸਿੰਘ ਨੂੰ ਰਾਣੀ ਤਨਖਾਹ ਦਿੰਦੀ ਰਹੀ। ਬਾਬਾ ਜੀ ਨੇ ਮੁਨਸ਼ੀ ਨੂੰ ਤਨਖਾਹ ਲੈਣ ਤੋਂ ਰੋਕ ਦਿੱਤਾ। ਫਿਰ ਸੇਵਾ ਕਰਦਾ ਰਿਹਾ ਅਤੇ ਅੰਤ ਤੱਕ ਚਰਨਾਂ ਵਿੱਚ ਰਿਹਾ। ਸੇਵਕ ਕੀ ਓੜਕ ਨਿਭੀ ਪ੍ਰੀਤ। ਮੁਨਸ਼ੀ ਗੁਰਦਿੱਤ ਸਿੰਘ ਦੀ ਪਤਨੀ ਦੇ ਭਤੀਜੇ ਨੇ ਇੱਕ ਵਚਨ ਸੁਣਾਇਆ ਸੀ। ਇੱਕ ਪ੍ਰਸੰਗ ਇਹ ਕਿ ਇਹਨਾਂ ਦੇ ਦੋ ਵੱਡੇ ਭਰਾ ਮਰ ਗਏ ਸਨ। ਘਰ ਕੋਈ ਹੋਰ ਬੱਚਾ ਨਹੀਂ ਸੀ। ਮੁਨਸ਼ੀ ਜੀ ਨੇ ਇਹਨਾਂ ਦੀ ਮਾਤਾ ਨੂੰ ਪ੍ਰੇਰਿਆ ਕਿ ਤੁਸੀਂ ਬਾਬਾ ਜੀ ਪਾਸ ਬੇਨਤੀ ਕਰੋ। ਮੁਨਸ਼ੀ ਜੀ ਮਾਈ ਤੁਲਸਾ ਅਤੇ ਨਿਰੰਜਨ ਸਿੰਘ ਬਾਬਾ ਜੀ ਪਾਸ ਪਹੁੰਚੇ। ਦਰਸ਼ਨ ਕਰਨ ਉਪਰੰਤ ਕਈ ਦਿਨ ਸੇਵਾ ਵਿੱਚ ਰਹੇ। ਇੱਕ ਦਿਨ ਹਜੂਰ ਪ੍ਰਸੰਨ ਬੈਠੇ ਸਨ। ਉਹਨਾਂ ਮੌਕਾ ਵਿਚਾਰ ਕੇ ਬੇਨਤੀ ਕਰ ਦਿੱਤੀ, ਮਹਾਰਾਜ, ਸਾਡੇ ਘਰ ਬੱਚੇ ਹੋ ਕੇ ਮਰ ਜਾਂਦੇ ਹਨ, ਕਿਰਪਾ ਕਰੋ। ਹਜੂਰ ਨੇ ਬਚਨ ਕੀਤਾ, 2 ਹੋਣਗੇ। ਇਹ ਬਚਨ ਟਲ ਹੋਇਆ। 2 ਲੜਕੇ ਹੋਏ, ਇੱਕ ਗੁਰਵਿੰਦਰ ਸਿੰਘ ਅਤੇ ਦੂਸਰਾ ਨਾਨਕ ਸਿੰਘ, ਜੋ ਅੱਜ ਤੱਕ ਮੌਜੂਦ ਹਨ। ਰਿਹਾਇਸ਼ ਪਟਿਆਲੇ ਹੈ। ਬਾਬਾ ਜੀ ਦੇ ਚੋਲਾ ਛੱਡਣ ਤੋਂ ਬਾਅਦ 2 ਲੜਕੇ ਉੱਤਮ ਸਿੰਘ ਅਤੇ ਪ੍ਰੀਤਮ ਸਿੰਘ ਬਾਬਾ ਨਰੈਣ ਸਿੰਘ ਜੀ ਮਹਿਣੀਆਂ ਵਾਲਿਆਂ ਦੇ ਬਚਰਾਂ ਨਾਲ ਹੋਏ। ਇਹ ਦੋਨੋਂ ਬਾਬਾ ਜੀ ਈਸ਼ਰ ਸਿੰਘ ਦੇ ਸਮੇਂ ਸੇਵਾ ਕਰਦੇ ਰਹੇ। ਉੱਤਮ ਸਿੰਘ ਨੇ ਆਪਣੀ ਮਾਤਾ ਤੋਂ ਸੁਣਿਆ ਸੀ ਕਿ ਮਾਈਆਂ ਨੂੰ 5 ਪਹਿਰੇ ਤੋਂ ਵੱਧ
ਉਸ ਸਮੇਂ ਵੀ ਨਹੀਂ ਪੈਣ ਦਿੰਦੇ ਸਨ। ਇਹ ਪਰਿਵਾਰ ਹੁਣ ਵੀ ਸੇਵਾ ਕਰਦਾ ਰਹਿੰਦਾ ਹੈ। ਮਨ ਬਾਂਚਤ ਫਲ ਪਾਏ, ਸਗਲੇ ਕੁਦਰਤ ਕੀਮ ਅਪਾਰਗ। ਚੇਤਵਨੀ ਮਨ ਦੀ ਬਿਨਾਂ ਜ਼ਮਾਨ ਖੋਲੇ ਮਹਾਂਪੁਰਖ ਦੀ ਮਿਹਰ ਦ੍ਰਿਸ਼ਟੀ ਨਾਲ ਪ੍ਰਤੱਖ ਦ੍ਰਿਸ਼ਟਾਂਤ ਦਿਖਾਵੇ, ਪੂਰਬਲੇ ਸ਼ੁਭ ਕਰਮਾਂ ਦੀ ਝਲਕ ਹੈ। ਪ੍ਰਤੱਖ ਦੇਖ ਕੇ ਵੀ ਦੁਨਿਆਵੀ ਇਨਸਾਨੀ ਤਰਾਜੂ ਦੇ ਮੋਹ ਮਾਇਆ ਦਾ ਪੱਲੜਾ ਫਿਰ ਵੀ ਸਿਮਰਨ ਦੇ ਪੱਲੜੇ ਤੋਂ ਭਾਰੂ ਰਹਿੰਦਾ ਹੈ। ਜਿਸ ਨੇ ਸੂਰਜ ਦੀ ਰੋਸ਼ਨੀ ਦਾਨ ਵਿੱਚ ਦਿੱਤੀ, ਜਲ ਹਵਾ ਦਾਨ ਵਿੱਚ ਦਿੱਤੀ, ਰਿਜ਼ਕ ਜਨਮ ਤੋਂ ਹੀ ਪਹਿਲਾਂ ਦਿੱਤਾ, ਬਨਸਪਤੀ ਦਿੱਤੀ, ਸਰੀਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਪ੍ਰਾਕ੍ਰਿਤਮ ਸਾਧਨ ਦਾਨ ਵਿੱਚ ਆਏ, ਪਰ ਇਨਸਾਨ ਨੇ ਉਸ ਦੀ ਕੀਮਤ ਪਾਈ, ਸਿਮਰਨ ਕੀਤਾ, ਉਹ ਵੀ ਮੁੱਲ ਮਾਇਆ ਵਿੱਚ ਪਾਇਆ। ਤੁਸੀਂ ਮਾਇਆ ਲਈ ਜੰਗਾਂ ਲੜੀਆਂ, ਪਰ ਪਰਮੇਸ਼ਰ ਨੇ ਇਹ ਸਭ ਦਾਨ ਦੇਣ ਤੋਂ ਵੀ ਮੂੰਹ ਨਹੀਂ ਮੁੜਿਆ। ਅੱਜ ਅਸੀਂ ਉਹ ਦਾਨੀ ਦੇ ਦਾਨ ਦੀ ਕੀਮਤ ਪਾ ਰਹੇ ਹਾਂ। ਜੇ ਖੁਦਾ ਆਪਣੇ ਦਿੱਤੇ ਨੂੰ ਵਾਪਸ ਲਵੇ ਤਾਂ ਵਿਰਲਾਪ ਕਰਦੇ ਉਸ ਨੂੰ ਕੋਸਦੇ ਹਾਂ। ਸੇਠ ਨਾਨਕ ਚੰਦ ਰਾਮਪੁਰਾ ਫੂਲ ਦੇ ਰਹਿਣ ਵਾਲਾ ਇੱਕ ਰੂੰ ਦੇ ਕਾਰਖਾਨੇ ਦਾ ਮਾਲਕ ਸ਼ਾਹੂਕਾਰ ਸੀ। ਉਸ ਦੇ ਘਰ ਲੜਕਾ ਕੋਈ ਨਹੀਂ ਸੀ। ਸੇਠ ਰੂੰ ਦਾ ਵਪਾਰੀ ਸੀ, ਕਿਉਂਕਿ ਕਾਰਖਾਨਾ ਹੀ ਰੂੰ ਦਾ ਸੀ। ਇੱਕ ਵਾਰੀ ਇਸ ਨੂੰ ਕਾਰਖਾਨੇ ਵਿੱਚੋਂ ਘਾਟਾ ਕਾਫੀ ਪੈ ਗਿਆ। ਇਸ ਨੇ ਕਦੇ ਬਾਬਾ ਜੀ ਦੀ ਸਰੋਤ ਸੁਣੀ ਹੋਈ ਸੀ। ਬਾਬਾ ਜੀ ਦੇ ਦਰ 'ਤੇ ਸੁਖਣਾ ਆਇਆ ਕਿ ਮੇਰਾ ਘਾਟਾ ਪੂਰਾ ਹੋ ਜਾਏ। ਟਿੱਲਾ ਸਾਹਿਬ 'ਤੇ ਕੱਚੀ ਕੋਠੜੀ ਦੇਖ ਕੇ ਮਨ ਵਿੱਚ ਬੇਨਤੀ ਕਰਨ ਲੱਗਾ, ਹੇ ਮਹਾਰਾਜ ਬਾਬਾ ਜੀ, ਮੈਂ ਤੁਹਾਡੀ ਕੱਚੀ ਕੋਠੜੀ ਦੀ ਥਾਂ 5000 ਪੱਕੀ ਇੱਟ ਲਵਾ ਦਿਆਂ, ਮੇਰਾ ਘਾਟਾ ਪੂਰਾ ਹੋ ਜਾਏ। ਅਰਦਾਸ ਕਰਨ ਦੀ ਦੇਰ ਸੀ ਕਿ ਅੰਤਰਜਾਮੀ ਦਿਲਾਂ ਦੀਆਂ ਜਾਣਨ ਵਾਲੇ ਕੋਠੀ ਤੋਂ ਬਾਹਰ ਆਏ, ਉੱਚੀ ਆਵਾਜ਼ ਵਿੱਚ ਬੋਲੇ, ਲੱਖੀ ਲੇਖੇ ਨਾਨਕਾ, ਬੀਸੜ ਤੀਸੜ ਕਿਹਦੇ ਚਿੱਤ। ਹਜ਼ੂਰ ਦਾ ਭਾਵ ਸੀ, ਇੱਥੇ ਲੱਖਾਂ ਹੀ ਇੱਟਾਂ ਲੱਗ ਜਾਣਗੀਆਂ, ਤੂੰ ਨਾਨਕ ਚੰਦ 5000 ਕੀ ਆਖਦਾ ਹੈ। ਸੋ ਇਹ ਬਚਨ ਪ੍ਰਤੱਖ ਹੈ। ਹੁਣ 7 ਲੱਖ ਇੱਟ ਸਰੋਵਰ ਦੀ ਨੀਂਹ ਵਿੱਚ ਪੈ ਗਈ ਸੀ। ਨਾਨਕ ਚੰਦ ਸਮਝ ਗਿਆ ਕਿ ਇਹ ਬਚਨ ਪ੍ਰਥਾਏ ਹੈ। ਉਹ ਨਮਸਕਾਰ ਕਰਕੇ ਉੱਥੋਂ ਵਾਪਸ ਹੋ ਗਿਆ। ਰਸਤੇ ਵਿੱਚ ਜਾਂਦੇ ਖਿਆਲ ਆਵੇ ਕਿ ਮੇਰਾ ਨਾਮ ਨਹੀਂ ਜਾਣਦੇ ਸਨ। ਮਨ ਵਿੱਚ ਅਰਦਾਸ ਕਰੀ, ਉਹ ਵੀ ਸਮਝ ਗਏ ਇਹ ਤਾਂ ਪੂਰਨ ਸਾਧ ਮਹਾਤਮਾ ਹਨ। ਘਰ ਪਹੁੰਚ ਕੇ ਸੇਠਾਣੀ ਨਾਲ ਗੱਲ ਕੀਤੀ, ਉਸਨੂੰ ਸਾਰੀ ਹੱਡ ਬੀਤੀ ਸੁਣਾਈ। ਅੱਗੋਂ ਉਸਨੇ ਕਿਹਾ, ਇਹੋ ਜਿਹੇ ਮਹਾਤਮਾ ਪਾਸੋਂ ਮੰਗਣ ਵਾਲੀ ਚੀਜ਼ ਮੰਗ। ਇਹ ਘਾਟੇ ਵਾਧੇ ਕਿਸ ਵਾਸਤੇ ਹਨ? ਆਪਣੇ ਘਰ ਕੋਈ ਬੱਚਾ ਨਹੀਂ, ਬੱਚੇ ਦੀ ਮੰਗ ਕਰੀਏ। ਅਗਲੇ ਦਿਨ ਸੇਠ ਅਤੇ ਸੇਠਾਣੀ ਦੋਨੋਂ ਬਾਬਾ ਜੀ ਦੇ ਦੁਆਰੇ ਪਹੁੰਚੇ। ਆਗਿਆ ਲੈ ਕੇ ਟਿੱਲਾ ਸਾਹਿਬ ਉੱਪਰ ਬਾਬਾ ਜੀ ਕੋਲ ਪਹੁੰਚੇ, ਨਮਸਕਾਰ ਕੀਤੀ ਅਤੇ ਬੈਠ ਗਏ। ਬਾਬਾ ਜੀ ਨੇ ਮਰਿਆਦਾ ਅਨੁਸਾਰ ਜਾਤ ਗੋਤ ਸਭ ਕੁਝ ਪੁੱਛਿਆ। ਫਿਰ ਹੁਕਮ ਹੋਇਆ, ਦੱਸੋ ਦਰਸ਼ਨ ਹੈ ਕਿ ਪ੍ਰਸ਼ਨ। ਸੇਠ ਸੇਠਾਣੀ ਨੇ ਬੇਨਤੀ ਕੀਤੀ, ਮਹਾਰਾਜ ਸਾਡੇ ਘਰ ਕੋਈ ਬੱਚਾ ਨਹੀਂ, ਕਿਰਪਾ ਕਰੋ। ਸਾਡੇ ਰੂੰ ਦਾ ਕਾਰਖਾਨਾ ਹੈ, ਮਾਇਆ ਦੀ ਕੋਈ ਕਮੀ ਨਹੀਂ। ਹਜ਼ੂਰ ਹੱਸ ਕੇ ਕਹਿਣ ਲੱਗੇ, ਜੇ ਮਾਇਆ ਬਹੁਤ ਹੈ ਤਾਂ ਅਸੀਂ ਵੀ ਮੁੰਡਾ ਮੁੱਲ ਦੇਵਾਂਗੇ, 10,000 ਰੁਪਇਆ ਲੱਗੇਗਾ। ਸੇਠਾਣੀ ਨੇ ਕਿਹਾ, ਮਨਜ਼ੂਰ ਹੈ ਜੀ। ਚੰਗਾ, ਫਿਰ ਸਾਲ ਦੇ ਅੰਦਰ ਹੋ ਜਾਏਗਾ। ਸਾਡੀ ਨਿਸ਼ਾਨੀ ਹੋਵੇਗੀ ਕਿ ਉਹ ਛਾਂਗਾ ਹੋਵੇਗਾ। ਹੱਥਾਂ ਦੀਆਂ 6 ਉਂਗਲਾਂ ਬਾਬਾ ਜੀ ਨੇ ਵਚਨ ਕੀਤਾ। ਆਗਿਆ ਲੈ ਕੇ ਰਾਮਪੁਰੇ ਚਲੇ ਗਏ। ਬਚਨ ਪ੍ਰਤੱਖ ਹੋਇਆ। ਸਾਲ ਦੇ ਅੰਦਰ ਛਾਂਗਾ ਮੁੰਡਾ ਪੈਦਾ ਹੋਇਆ। 2 ਮਹੀਨੇ ਬਾਅਦ
ਸੇਠ ਬਾਬਾ ਜੀ ਦੇ ਦਰ ਤੇ ਪੁੱਜੋ ਆਇਆ। ਨਮਸਕਾਰ ਕਰਕੇ ਬਾਬਾ ਜੀ ਅੱਗੇ 5000 ਰੁਪਏ ਰੱਖ ਦਿੱਤੇ। ਹਜ਼ੂਰ ਨੇ ਬਚਨ ਕੀਤਾ, ਅਸੀਂ ਤਾਂ 10,000 ਵਿੱਚ ਮੁੰਡਾ ਦਿੱਤਾ ਸੀ, ਤੂੰ 5000 ਹੀ ਦਿੰਦਾ ਹੈ। ਸੇਠ ਨੇ ਉੱਤਰ ਦਿੱਤਾ, ਮਹਾਰਾਜ 5000 ਹੀ ਬਹੁਤ ਹੈ, ਮੈਨੂੰ ਕਾਰਖਾਨੇ ਵਿੱਚ ਘਾਟਾ ਪਿਆ ਹੋਇਆ ਹੈ। ਸੇਠ ਪੈਸੇ ਰੱਖ ਕੇ ਨਮਸਕਾਰ ਕਰਕੇ ਤੁਰ ਗਿਆ। ਅਗਲੇ ਦਿਨ ਬਾਬਾ ਜੀ ਨੇ ਸੇਵਕ ਨੀਲਾ ਸਿੰਘ ਨੂੰ ਬੁਲਾਇਆ। ਉਹ ਹਾਜ਼ਰ ਹੋ ਗਿਆ। ਹਜ਼ੂਰ ਨੇ ਹੁਕਮ ਕੀਤਾ, ਨੀਲਾ ਸਿੰਘ, ਇਹ 5000 ਰੁਪਏ ਦੇ ਨਾਲ 5 ਰੁਪਏ ਵਿਆਜ ਦੇ ਪਾ ਲੈ। ਇਹ ਸਾਰੀ ਰਕਮ ਰਾਮਪੁਰੇ ਦੇ ਕੇ ਆਉਣੀ ਹੈ। ਨਾਨਕ ਚੰਦ ਸੇਠ ਦਾ ਘਰ ਪੁੱਛ ਕੇ ਚਲਾ ਜਾਈਂ। ਤੇਰੇ ਜਾਣ ਵੇਲੇ ਸੇਠਾਣੀ ਭਾਂਡੇ ਮਾਂਜਦੀ ਹੋਵੇਗੀ। ਇਹ ਰੁਪਏ ਅਤੇ ਵਿਆਜ ਉਸਦੇ ਅੱਗੇ ਰੱਖ ਦੇਣੇ ਅਤੇ ਉਸ ਨੂੰ ਕਹਿਣਾ, ਸੇਠ ਲੈ ਗਿਆ ਸੀ, ਇਹ 5000 ਹਨ, ਪਰ ਕਈ 10,000 ਸਨ। ਇਹ ਬਾਬਾ ਜੀ ਨੇ ਵਿਆਜ ਸਮੇਤ ਮੋੜ ਦਿੱਤੇ ਹਨ ਤੇ ਤੁਸੀਂ ਸਾਡੀ ਚੀਜ਼ ਸਾਨੂੰ ਮੋੜ ਦਿਓ। ਨੀਲਾ ਸਿੰਘ ਰਕਮ ਲੈ ਕੇ ਰਾਮਪੁਰੇ ਪਹੁੰਚ ਗਿਆ। ਘਰ ਪੁੱਛ ਕੇ ਗਿਆ। ਸੇਠਾਣੀ ਭਾਂਡੇ ਮਾਂਜ ਰਹੀ ਸੀ। ਇਸਨੇ ਪੈਸੇ ਉਸਦੇ ਅੱਗੇ ਰੱਖ ਕੇ ਬਾਬਾ ਜੀ ਦਾ ਬਚਨ ਸੁਣਾ ਦਿੱਤਾ। ਉਹ ਬਚਨ ਸੁਣ ਕੇ ਘਬਰਾ ਗਈ ਕਿ ਕਿਧਰੇ ਮੁੰਡੇ ਨੂੰ ਕੁਝ ਹੋ ਨਾ ਜਾਵੇ। ਉਹ ਲਿਬੜੇ ਹੱਥਾਂ ਨਾਲ ਸੇਠ ਨਾਲ ਲੜਨ ਲੱਗੀ ਕਿ ਤੂੰ ਪੈਸੇ ਘੱਟ ਦੇ ਕੇ ਆਇਆ ਹੈ, ਬਾਬਾ ਜੀ ਮੁੰਡਾ ਵਾਪਸ ਮੰਗਦੇ ਹਨ। ਸੇਠ ਡਰਦਾ ਉਸ ਸਮੇਂ ਸੇਠਾਣੀ ਤੇ ਮੁੰਡੇ ਨੂੰ ਲੈ ਕੇ ਭੇਜਿਆ। 10,000 ਰੁਪਏ ਵੀ ਨਾਲ ਲੈ ਆਇਆ। ਨੀਲਾ ਸਿੰਘ ਤੋਂ ਕੁਝ ਸਮਾਂ ਬਾਅਦ ਹੀ ਡੇਰੇ ਪਹੁੰਚ ਗਿਆ ਅਤੇ ਆਪਣੇ ਕੀਤੇ ਦਾ ਪਛਤਾਵ ਕਰਨ ਲੱਗਾ। ਬਾਬਾ ਜੀ ਅੱਗੇ 10,000 ਰੁਪਏ ਰੱਖ ਕੇ ਕਹਿਣ ਲੱਗਾ, ਮਹਾਰਾਜ ਮੈਨੂੰ ਮਾफ़ ਕਰ ਦਿਓ, ਮੇਰੇ ਕੋਲੋਂ ਗਲਤੀ ਹੋ ਗਈ ਹੈ, ਕਿਰਪਾ ਕਰੋ, ਮੁੰਡੇ ਨੂੰ ਕੁਝ ਨਾ ਹੋਵੇ, ਮੈਂ ਕਿਸੇ ਪਾਸੇ ਦਾ ਨਹੀਂ ਰਹੇਗਾ। ਬਾਬਾ ਜੀ ਹੱਸ ਕੇ ਬਚਨ ਕੀਤਾ, ਮੁੰਡੇ ਨੂੰ ਕੁਝ ਨਹੀਂ ਹੋਵੇਗਾ, ਅਸੀਂ ਤਾਂ ਤੇਰੀ ਪ੍ਰੀਖਿਆ ਲੈ ਰਹੇ ਸੀ। ਇਹ 10,000 ਲੈ ਜਾ, ਅਸੀਂ ਫਕੀਰਾਂ ਨੇ ਇਹ ਮਾਇਆ ਕੀ ਕਰਨੀ ਹੈ। ਸੇਠ ਤੇ ਸੇਠਾਣੀ ਦਾ ਦਿਲ ਥਾਵੇਂ ਆਇਆ ਤੇ ਬੇਨਤੀ ਕਰਨ ਲੱਗੇ, ਗਰੀਬ ਨਿਵਾਜ, ਅਸੀਂ ਇਹ ਮਾਇਆ ਹੁਣ ਨਹੀਂ ਲੈ ਜਾਣੀ, ਇਹ ਤੁਹਾਡੀ ਨਿਮਰਤ ਲੈ ਕੇ ਆਏ ਹਾਂ, ਵਾਪਸ ਨਹੀਂ ਲੈ ਕੇ ਜਾਵਾਂਗੇ। ਬਾਬਾ ਜੀ ਨੇ 2 ਵਾਰ ਫਿਰ ਬਚਨ ਕੀਤਾ, ਅਸੀਂ ਕੀ ਕਰਨੀ ਹੈ, ਪਰ ਉਹ ਡਰੇ ਹੋਏ ਸਨ। ਨਹੀਂ ਮਹਾਰਾਜ, ਅਸੀਂ ਨਹੀਂ ਲੈਣੇ, ਸੇਠਾਣੀ ਨੇ ਕਿਹਾ। ਬਾਬਾ ਜੀ ਨੇ ਫਰਮਾਇਆ, ਚੰਗਾ ਫਿਰ, ਜੇ ਨਹੀਂ ਲੈ ਕੇ ਜਾਣੇ ਤਾਂ ਪੁੱਛੋ ਮੰਡੀ ਪੂਲੀ ਵਾਲੇ ਸੇਠ ਨੂੰ ਦੇ ਦਿਓ। ਨਾਨਕ ਚੰਦ ਇਹ ਪੈਸੇ ਚੁੱਕ ਕੇ ਪੂਲੀ ਵਾਲੇ ਸੇਠ ਨੂੰ ਦੇ ਆਇਆ। ਇਸ ਰਕਮ ਨਾਲ ਉਹਨਾਂ ਦਾ ਕੰਮ ਚੱਲ ਪਿਆ। ਬਾਬਾ ਜੀ ਨੇ ਪੂਲੀ ਵਾਲਿਆਂ ਨੂੰ ਪੈਸੇ ਦੇਣ ਲਈ ਇਸ ਲਈ ਤਾਕੀਦ ਕੀਤੀ ਕਿਉਂਕਿ ਉਹ ਬਾਬਾ ਜੀ ਦੇ ਖਾਣ ਲਈ ਵਧੀਆ ਸਾਫ ਸੁਥਰੇ ਮਤੀਰੇ ਤਰਬੂਜ ਲਿਆ ਕੇ ਦਿੰਦੇ ਸਨ। ਨਿਤਨੇਮ ਦੀ ਤਰ੍ਹਾਂ ਹੀ ਤਰਬੂਜਾਂ ਦੀ ਰੁੱਤ ਵਿੱਚ ਤਰਬੂਜ ਲਿਆ ਕੇ ਦਿੰਦੇ ਸਨ। ਇਸ ਤਰ੍ਹਾਂ ਇਹ ਬਚਨ ਪ੍ਰਤੱਖ ਹੋਇਆ। ਫਿਰ ਇਹ ਸੇਠ ਛਾਂਗਾ ਰਾਮ ਦੇ ਨਾਮ ਨਾਲ ਮਸ਼ਹੂਰ ਹੋਇਆ।